ਇਹ ਘਟਨਾ ਸੁਣ ਕੇ ਤੁਸੀਂ ਯਕੀਨ ਨਹੀਂ ਕਰੋਗੇ ਕਿ ਕੈਨੇਡਾ ਤੇ ਅਮਰੀਕਾ ਵਰਗੇ ਵਿਕਸਿਤ ਦੇਸ਼ਾਂ ਦੇ ਵਿੱਚ ਵੀ ਅਜਿਹੇ ਕੁਝ ਹੁੰਦਾ ਹੈ। ਭਾਰਤ ਦੇ ਵਿੱਚ ਤੁਸੀਂ ਜ਼ਰੂਰ ਸੁਣਿਆ ਤੇ ਦੇਖਿਆ ਹੋਵੇਗਾ, ਪਰ ਹੈਰਾਨੀ ਦੀ ਗੱਲ ਤਾਂ ਇਹ ਹੋਵੇਗੀ ਕਿ ਕੈਨੇਡਾ ਵਰਗੇ ਵੱਡੇ ਦੇਸ਼ਾਂ ਦੇ ਵਿੱਚ ਵੀ ਇਹ ਚੀਜ਼ ਭਾਰਤ ਦੇ ਨਾਲੋਂ ਦੁੱਗਣੀ ਹੈ। ਇਹ ਸਰੀਰ ਦੇ ਵਿੱਚ ਜ਼ਹਿਰ ਦੇ ਵਾਂਗੂ ਫੈਲ ਰਹੀ ਹੈ। ਬਾਕੀ ਆਪ ਸਭ ਦਾ ਫੈਸਲਾ ਹੈ ਕਿ ਇਸ ਚੀਜ਼ ਤੋਂ ਕਿਵੇਂ ਬਚਣਾ ਹੈ ਅਤੇ ਆਪਣੇ ਪਰਿਵਾਰ ਤੇ ਬੱਚਿਆਂ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ। ਰਵੀ ਕੁਮਾਰ ਦੱਸਦੇ ਹਨ ਕਿ 2012 ਦੇ ਵਿੱਚ ਉਹ ਭਾਰਤ ਦੇ ਜੰਮੂ ਤੋਂ ਕੈਨੇਡਾ ਸ਼ਹਿਰੀ ਸ਼ਹਿਰ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਗਏ। ਭਾਰਤ ਦੇ ਜੰਮੂ ਦੇ 8ਵਾਂ ਇਲਾਕੇ ਦੇ ਵਿੱਚ ਉਹ ਰਹਿੰਦੇ ਹਨ ਤੇ ਰਵੀ ਕੁਮਾਰ ਦੱਸਦੇ ਹਨ ਕਿ ਉਹ 8ਵਾਂ ਦੇ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਹਨ। ਰਵੀ ਕਹਿੰਦਾ ਹੈ ਕਿ ਮੇਰੇ ਪਿਤਾ ਜੀ ਨਹਿਰ ਵਿਭਾਗ ਦੇ ਵਿੱਚ ਰਿਟਾਇਰ ਸਨ। ਘਰ ਦੇ ਹਾਲਾਤ ਵਧੀਆ ਕਰਨ ਵਾਸਤੇ ਮੈਂ ਕਾਫੀ ਪੜ੍ਹਿਆ, ਪਰ ਭਾਰਤ ਦੇ ਵਿੱਚ ਜ਼ਿਆਦਾ ਪੈਸਾ ਨਹੀਂ ਹੈ ਤੇ ਨਾ ਹੀ ਕੋਈ ਵਧੀਆ ਜੋਬ। ਇਹੀ ਸੋਚ ਕੇ ਮੈਂ ਕੈਨੇਡਾ ਆ ਕੇ ਪੜ੍ਹਾਈ ਕਰਨ ਦਾ ਫੈਸਲਾ ਕੀਤਾ ਤੇ ਪਿਤਾ ਦੇ ਰਿਟਾਇਰਮੈਂਟ ਦੇ ਪੈਸੇ ਤੇ ਕੁਝ ਲੋਨ ਲੈ ਕੇ ਮੈਂ ਕੈਨੇਡਾ ਜਾਣ ਦੀ ਤਿਆਰੀ ਕਰ ਲਈ। ਮੇਰੇ ਤੇ ਮੇਰੇ ਪਰਿਵਾਰ ਦੇ ਵਿੱਚ ਇੱਕ ਆਦਤ ਸੀ ਕਿ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਇੱਕ ਜੋਤਸ਼ੀ ਪੰਡਤ ਦੇ ਕੋਲ ਜਾਂਦੇ ਸੀ, ਜਿਸ ਦਾ ਨਾਮ ਵੈਦ ਪ੍ਰਕਾਸ਼ ਹੈ, ਜੋ ਅੱਜ ਵੀ ਉੱਥੇ ਮੌਜੂਦ ਹੈ। ਬਹੁਤ ਕੰਮ ਸਹੀ ਹੁੰਦੇ ਸੀ, ਇਸੇ ਕਰਕੇ ਮੇਰਾ ਵਿਸ਼ਵਾਸ ਬਹੁਤ ਬਣ ਚੁੱਕਿਆ ਸੀ। ਇਸ ਵਾਰ ਵੀ ਮੈਂ ਤੇ ਮੇਰੇ ਪਿਤਾ ਜੀ ਉਸ ਪੰਡਤ ਦੇ ਕੋਲ ਗਏ ਅਤੇ ਉਹਨਾਂ ਨੂੰ ਜਾ ਕੇ ਕਿਹਾ ਕਿ ਆਪਾਂ ਸਾਰਾ ਪੈਸਾ ਲਗਾ ਦਿੱਤਾ ਹੈ, ਹੁਣ ਅੱਗੇ ਕੋਈ ਪ੍ਰੋਬਲਮ ਨਾ ਆਵੇ, ਐਸਾ ਕੋਈ ਹੱਲ ਕਰੋ। ਉਹਨਾਂ ਨੇ ਮੇਰੇ ਤੋਂ 10,000 ਰੁਪਏ ਲਿਆ, ਇੱਕ ਧਾਗਾ ਦੇ ਦਿੱਤਾ ਅਤੇ ਕਿਹਾ ਕਿ ਜਾਂਦਿਆਂ ਹੀ ਪੈਸਿਆਂ ਦੇ ਢੇਰ ਲੱਗ ਜਾਣਗੇ, ਕੋਈ ਵੀ ਪ੍ਰੋਬਲਮ ਨਹੀਂ ਆਵੇਗੀ। ਸੋ ਵੀਜ਼ਾ ਲੱਗਿਆ ਅਤੇ ਮੈਂ ਕੈਨੇਡਾ ਪਹੁੰਚ ਗਿਆ। 6 ਮਹੀਨਿਆਂ ਦੀ ਫੀਸ ਭਰੀ ਹੋਈ ਸੀ, ਬਾਕੀ ਰਹਿਣ ਸਹਿਣ ਤੇ ਖਾਣ ਪੀਣ ਦਾ ਖਰਚਾ ਉੱਥੇ ਰਹਿ ਕੇ ਹੀ ਕਮਾਉਣਾ ਸੀ। ਕੁਝ ਸਮਾਂ ਤਾਂ ਸਹੀ ਚੱਲਿਆ। ਜਿਹੜੇ ਪੈਸੇ ਲੈ ਕੇ ਗਿਆ ਸੀ ਉਹ ਵੀ ਹੌਲੀ-ਹੌਲੀ ਖਤਮ ਹੋਣ ਲੱਗੇ। ਮੈਨੂੰ ਕੋਈ ਉੱਥੇ ਕੰਮ ਨਾ ਮਿਲਿਆ, ਪੈਸੇ ਖਤਮ ਹੋ ਰਹੇ ਸੀ ਤੇ ਕਦੇ ਕਦਾਈ ਦਿਹਾੜੀ ਲੱਗ ਜਾਂਦੀ ਸੀ। ਟੈਨਸ਼ਨ ਦੇ ਵਿੱਚ ਪੜ੍ਹਾਈ ਵੀ ਨਹੀਂ ਹੋ ਰਹੀ ਸੀ। ਕਰਦੇ ਕਰਾਂਦਿਆਂ ਮੇਰੇ ਕੋਲ ਜਿਹੜੇ ਪੈਸੇ ਸੀ ਉਹ ਵੀ ਖਤਮ ਹੋ ਗਏ। ਹੁਣ ਬਾਕੀ ਲੋਕਾਂ ਦੀ ਤਰ੍ਹਾਂ ਮੈਂ ਪਿੱਛੋਂ ਅਮੀਰ ਤਾਂ ਨਹੀਂ ਸੀ ਤੇ ਨਾ ਹੀ ਮੇਰੇ ਪਿਤਾ ਦੇ ਕੋਲ ਇੰਨਾ ਪੈਸਾ ਬਚਿਆ ਸੀ। ਬਾਕੀ ਲੋਕ ਤਾਂ ਭਾਰਤ ਚੋਂ ਆਪਣੇ ਘਰ ਤੋਂ ਪੈਸੇ ਮੰਗਵਾ ਕੇ ਖਰਚਾ ਕਰ ਰਹੇ ਸੀ, ਪਰ ਮੈਂ ਕੀ ਕਰਦਾ? ਮੇਰੇ ਕੋਲ ਤਾਂ ਕੋਈ ਵੀ ਚਾਰਾ ਨਹੀਂ ਸੀ ਤੇ ਨਾ ਹੀ ਮੈਂ ਘਰ ਦੱਸ ਸਕਦਾ ਸੀ। ਜੇਕਰ ਮੈਂ ਘਰ ਦੱਸਦਾ ਤਾਂ ਘਰ ਵਾਲਿਆਂ ਨੂੰ ਵੀ ਟੈਨਸ਼ਨ ਹੋਣੀ ਸੀ। ਹਾਲਾਤ ਇਹੋ ਜਿਹੇ ਹੋ ਗਏ ਸੀ ਕਿ ਕਦੇ ਕਦਾਏ ਤਾਂ ਦਿਹਾੜੀ ਵੀ ਨਹੀਂ ਮਿਲਦੀ ਸੀ ਤੇ ਰੋਟੀ ਖਾਣੀ ਵੀ ਔਖੀ ਹੋ ਗਈ। ਕਿਤੇ ਨਾ ਕਿਤੇ ਮੇਰੇ ਅੰਦਰ ਉਸ ਜੋਤਸ਼ੀ ਦੇ ਖਿਲਾਫ ਗੁੱਸਾ ਆ ਰਿਹਾ ਸੀ, ਜੋ ਕਹਿੰਦਾ ਸੀ ਕਿ ਜਾਂਦਿਆਂ ਹੀ ਪੈਸਿਆਂ ਦੇ ਢੇਰ ਲੱਗ ਜਾਣਗੇ, ਤੇ ਉਸ ਜੋਤਸ਼ੀ ਨੂੰ ਦਿੱਤੇ ਹੋਏ 10,000 ਵੀ ਮੈਨੂੰ ਚੁੱਭ ਰਹੇ ਸੀ। ਪਰ ਇਸ ਸਮੇਂ ਹੁਣ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਹੁਣ ਤਾਂ ਰੋਟੀ ਖਾਣਾ ਵੀ ਮੁਸ਼ਕਲ ਹੋ ਗਿਆ ਸੀ। ਤੇ ਫਿਰ ਇੱਕ ਦਿਨ ਮੇਰੇ ਨਾਲ ਰਹਿੰਦੇ ਮੁੰਡਿਆਂ ਨੇ ਕਿਹਾ ਕਿ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਹਾਂ, ਤੂੰ ਵੀ ਸਾਡੇ ਨਾਲ ਚੱਲ। ਪਰ ਇੱਕ ਗੱਲ ਮੈਂ ਸੱਚ ਦੱਸਣਾ ਚਾਹੁੰਦਾ ਹਾਂ ਕਿ ਮੈਨੂੰ ਸਿੱਖ ਲੋਕ ਪਸੰਦ ਨਹੀਂ ਸਨ। ਪਤਾ ਨਹੀਂ ਕਿਉਂ, ਪਰ ਮੇਰੇ ਅੰਦਰ ਉਹਨਾਂ ਦੇ ਖਿਲਾਫ ਨਫ਼ਰਤ ਸੀ ਤੇ ਮੈਂ ਕਦੇ ਵੀ ਭਾਰਤ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਨਹੀਂ ਗਿਆ ਸੀ ਤੇ ਮੈਂ ਉੱਥੇ ਕਿਵੇਂ ਜਾਂਦਾ। ਆਕੜ ਦੇ ਵਿੱਚ ਮੈਂ ਕਹਿ ਦਿੱਤਾ ਕਿ ਮੈਂ ਨਹੀਂ ਜਾਣਾ, ਪਰ ਮੇਰੇ ਨਾਲ ਦੇ ਇੱਕ ਮੁੰਡੇ ਨੇ ਮੈਨੂੰ ਕਿਹਾ ਕਿ ਆਕੜ ਨਾ ਕਰ, ਇੱਕ ਟਾਈਮ ਦੀ ਰੋਟੀ ਦੇ ਪੈਸੇ ਬਚ ਜਾਣਗੇ। ਇਹ ਸੋਚ ਕੇ ਚੱਲ ਪਏ। ਮੈਨੂੰ ਇਹ ਨਹੀਂ ਪਤਾ ਕਿ ਉਹ ਮੇਰਾ ਲਾਲਚ ਸੀ ਜਾਂ ਫਿਰ ਮੇਰੀ ਬਦਲਦੀ ਹੋਈ ਕਿਸਮਤ, ਜਾਂ ਫਿਰ ਪਰਮਾਤਮਾ ਆਪ ਹੀ ਮੈਨੂੰ ਲੈਣ ਆਇਆ ਸੀ। ਮੈਂ ਉਹਨਾਂ ਮੁੰਡਿਆਂ ਦੇ ਨਾਲ ਚਲਾ ਗਿਆ। ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਮੇਰੇ ਕਿਰਾਇਆ ਵੀ ਉਹਨਾਂ ਮੁੰਡਿਆਂ ਨੇ ਹੀ ਲਗਾ ਦਿੱਤਾ। ਗੁਰਦੁਆਰੇ ਸਾਹਿਬ ਗਏ, ਪਰ ਮੈਂ ਮੱਥਾ ਨਹੀਂ ਟੇਕਿਆ ਤੇ ਨਾ ਹੀ ਮੈਂ ਅੰਦਰ ਗਿਆ। ਮੈਂ ਸਾਰਿਆਂ ਦੇ ਨਾਲ ਲੰਗਰ ਛਕਿਆ। ਵਧੀਆ ਖਾਣਾ ਸੀ, ਉਹ ਵੀ ਫ੍ਰੀ ਦੇ ਵਿੱਚ ਮਿਲ ਜਾਂਦਾ ਹੈ, ਉੱਪਰੋਂ ਇੱਜ਼ਤ ਵੀ ਨਾਲ ਹੀ ਮਿਲਦੀ ਹੈ। ਆਪਾਂ ਵਾਪਿਸ ਆ ਗਏ, ਪਰ ਫਿਰ ਉਹੀ ਹਾਲਾਤ। ਰੋਟੀ ਖਾਣ ਦੇ ਮੰਦੇ ਲੱਗੇ ਹੋਏ ਸੀ ਤੇ ਫਿਰ ਅਗਲੇ ਦਿਨ ਹੀ ਰਿਪੀਟ ਹੋਇਆ। ਗੁਰਦੁਆਰੇ ਸਾਹਿਬ ਜਾਣਾ। ਗੁਰਦੁਆਰੇ ਸਾਹਿਬ ਗਏ ਤੇ ਮੈਂ ਇਸ ਵਾਰ ਸ਼ਰਮ ਕਰਕੇ ਅੰਦਰ ਚਲਾ ਗਿਆ, ਇਹ ਸੋਚ ਕੇ ਕਿ
ਇਸ ਬਗਾਨੇ ਦੇਸ਼ ਦੇ ਵਿੱਚ ਉਸ ਜੋਤਸ਼ੀ ਦੇ ਦਿੱਤੇ ਹੋਏ ਤਾਗਾ ਤਾਂ ਕੰਮ ਨਹੀਂ ਆਇਆ, ਪਰ ਇਹ ਪਰਾਏ ਲੋਕ ਜਿਨ੍ਹਾਂ ਨਾਲ ਮੈਂ ਨਫ਼ਰਤ ਕਰਦਾ ਸੀ, ਉਹ ਮੈਨੂੰ ਕੰਮ ਤੋਂ ਕੰਮ ਰੋਟੀ ਤਾਂ ਦੇ ਰਹੇ ਹਨ, ਉਹ ਵੀ ਇੱਜ਼ਤ ਦੇ ਨਾਲ। ਮੱਥਾ ਟੇਕਿਆ ਤਾਂ ਜੇਬ ਖਾਲੀ ਸੀ, ਪਰ ਝੂਠੇ ਦਾ ਦਿਖਾਵਾ ਕਰਨ ਵਾਸਤੇ ਮੈਂ ਗੋਲਖ ਦੇ ਕੋਲ ਆਪਣਾ ਖਾਲੀ ਹੱਥ ਲੈ ਕੇ ਆਪਣੀ ਅੰਗੂਠੀ ਗੋਲਖ ਦੇ ਉੱਤੇ ਮਾਰੀ। ਆਵਾਜ਼ ਆਈ, ਐਵੇਂ ਲੱਗਿਆ ਕਿ ਜਿਵੇਂ ਮੈਂ ਕੋਈ ਸਿੱਕਾ ਗੋਲਖ ਦੇ ਵਿੱਚ ਸੁੱਟਿਆ ਹੋਵੇ। ਤੇ ਉਸ ਤੋਂ ਬਾਅਦ ਆਪਾਂ ਫਿਰ ਲੰਗਰ ਹਾਲ ਦੇ ਵਿੱਚ ਚਲੇ ਗਏ। ਇਸ ਵਾਰ ਲੰਗਰ ਛਕਿਆ ਤੇ ਸੇਵਾ ਵੀ ਕੀਤੀ। ਕਾਫੀ ਸੇਵਾ ਕਰਦੇ ਰਹੇ ਤੇ ਉੱਥੇ ਮੌਜੂਦ ਸੇਵਾਦਾਰਾਂ ਦੀ ਨਜ਼ਰ ਦੇ ਵਿੱਚ ਵੀ ਆ ਗਏ। ਹੁਣ ਹਰ ਰੋਜ਼ ਇਸੇ ਤਰ੍ਹਾਂ ਹੀ ਹੋਣ ਲੱਗਿਆ। ਮੈਨੂੰ ਵੀ ਵਧੀਆ ਲੱਗ ਰਿਹਾ ਸੀ ਤੇ ਮੇਰਾ ਦਿਲ ਵੀ ਬਦਲ ਰਿਹਾ ਸੀ। ਪਰ ਇੱਕ ਦਿਨ ਘਰੋਂ ਫੋਨ ਆਇਆ, ਕਿਉਂਕਿ ਘਰ ਮੈਂ ਕਦੇ ਵੀ ਪੈਸੇ ਨਹੀਂ ਭੇਜੇ ਸੀ। ਉਸ ਸਮੇਂ ਮੈਂ ਗੁਰਦੁਆਰੇ ਸਾਹਿਬ ਹੀ ਸੀ। ਮੇਰਾ ਮਨ ਬਹੁਤ ਖਰਾਬ ਹੋਇਆ ਤੇ ਮੈਂ ਅੰਦਰ ਜਾ ਕੇ ਇੱਕ ਸਾਈਡ ਤੇ ਜਾ ਕੇ ਰੋਣ ਲੱਗ ਪਿਆ। ਅਰਦਾਸ ਤਾਂ ਨਹੀਂ ਕਹਿ ਸਕਦਾ, ਪਰ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕਿਹਾ ਕਿ ਉਸ ਤਾਗੇ ਨੇ ਤਾਂ ਮੇਰੀ ਕੋਈ ਵੀ ਮਦਦ ਨਹੀਂ ਕੀਤੀ, ਕਿ ਹੁਣ ਤੁਸੀਂ ਵੀ ਮੇਰੀ ਮਦਦ ਨਹੀਂ ਕਰੋਗੇ। ਇਹ ਕਹਿ ਤਾਂ ਦਿੱਤਾ, ਪਰ ਮੈਨੂੰ ਕੋਈ ਵੀ ਜਵਾਬ ਨਹੀਂ ਮਿਲਿਆ। ਉੱਥੋਂ ਵਾਪਿਸ ਆਇਆ ਤਾਂ ਲੰਗਰ ਦੇ ਵਿੱਚ ਬਰਤਨਾਂ ਦੀ ਸੇਵਾ ਕਰਨ ਲੱਗ ਪਿਆ। ਇੱਕ ਸਰਦਾਰ ਜੋ ਕਿ ਕਾਫੀ ਉੱਚਾ ਲੰਬਾ ਸੀ, ਮੇਰੇ ਕੋਲ ਆਏ ਤੇ ਮੈਨੂੰ ਕਹਿਣ ਲੱਗੇ ਕਿ ਤੇਰਾ ਨਾਮ ਕੀ ਹੈ? ਤੇ ਮੈਂ ਕਿਹਾ ਕਿ ਮੇਰਾ ਨਾਮ ਰਵੀ ਕੁਮਾਰ ਹੈ। ਅੱਛਾ, ਤਾਂ ਤੈਨੂੰ ਕੰਮ ਚਾਹੀਦਾ ਹੈ? ਘਰੇ ਪੈਸੇ ਭੇਜਣੇ ਹਨ? ਮੈਂ ਕਿਹਾ ਕਿ ਹਾਂ ਜੀ, ਮੈਨੂੰ ਕੰਮ ਚਾਹੀਦਾ ਹੈ ਅਤੇ ਘਰ ਦੇ ਵਿੱਚ ਪੈਸਿਆਂ ਦੀ ਬਹੁਤ ਲੋੜ ਹੈ। ਪਰ ਮੇਰੇ ਦਿਮਾਗ ਦੇ ਵਿੱਚ ਇੱਕਦਮ ਆਇਆ ਅਤੇ ਮੈਂ ਉਹਨਾਂ ਨੂੰ ਪੁੱਛ ਲਿਆ ਕਿ ਸਰਦਾਰ ਜੀ, ਤੁਹਾਨੂੰ ਕਿਵੇਂ ਪਤਾ ਕਿ ਮੈਨੂੰ ਪੈਸਿਆਂ ਦੀ ਲੋੜ ਹੈ? ਉਹ ਮੈਨੂੰ ਕਹਿਣ ਲੱਗਿਆ ਕਿ ਤੂੰ ਸਵਾਲ ਨਾ ਕਰ। ਉਹਨਾਂ ਨੇ ਮੈਨੂੰ ਆਪਣਾ ਕਾਰਡ ਦਿੱਤਾ ਤੇ ਕਿਹਾ ਕਿ ਜੇਕਰ ਕੰਮ ਕਰਨਾ ਹੈ ਤਾਂ ਆ ਜਾਵੀਂ। ਸ਼ਾਇਦ ਉਸ ਵੇਲੇ ਜਿਹੜਾ ਜਵਾਬ ਮੈਨੂੰ ਨਹੀਂ ਮਿਲਿਆ ਸੀ, ਉਹ ਹੁਣ ਮੈਨੂੰ ਮਿਲ ਚੁੱਕਿਆ ਸੀ। ਬਿਨਾਂ ਦੇਰ ਕੀਤੇ ਮੈਂ ਅਗਲੇ ਦਿਨ ਹੀ ਐਡਰੈਸ ਤੇ ਪਹੁੰਚ ਗਿਆ, ਜੋ ਕਿ ਕਾਫੀ ਵੱਡਾ ਗਰੋਸਰੀ ਸਟੋਰ ਸੀ। ਫਿਰ ਮੈਂ ਉਹਨਾਂ ਨੂੰ ਜਾ ਕੇ ਮਿਲਿਆ। ਉਹਨਾਂ ਨੇ ਮੈਨੂੰ ਕੰਮ ਤੇ ਰੱਖ ਲਿਆ। $12 1 ਘੰਟੇ ਦਾ ਤੈਅ ਹੋਇਆ, ਜੋ ਕਿ ਮੇਰੇ ਲਈ ਬਹੁਤ ਸੀ ਤੇ ਮੈਂ ਬਹੁਤ ਇਮਾਨਦਾਰੀ ਨਾਲ ਉੱਥੇ ਕੰਮ ਕੀਤਾ। 1 ਸਾਲ ਮੈਂ ਉੱਥੇ ਕੰਮ ਕੀਤਾ ਤੇ ਮੇਰੇ ਪੈਸੇ ਵੀ ਵਧਦੇ ਰਹੇ। ਘਰ ਵਾਲੇ ਵੀ ਹੁਣ ਖੁਸ਼ ਸੀ ਤੇ ਪੜ੍ਹਾਈ ਵੀ ਵਧੀਆ ਚੱਲ ਰਹੀ ਸੀ। ਮੈਂ ਸਰਦਾਰ ਜੀ ਨੂੰ ਕਾਫੀ ਵਾਰ ਪੁੱਛਣਾ ਚਾਹਿਆ ਕਿ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਸੀ ਕਿ ਉਸ ਵੇਲੇ ਮੈਨੂੰ ਕੰਮ ਦੀ ਲੋੜ ਸੀ ਤੇ ਘਰ ਪੈਸਿਆਂ ਦੀ ਵੀ ਲੋੜ ਸੀ, ਪਰ ਉਹਨਾਂ ਨੇ ਹਰ ਵਾਰ ਮੇਰੀ ਉਹ ਗੱਲ ਮੋੜ ਦਿੱਤੀ। ਉਹਨਾਂ ਦਾ ਨਾਮ ਸਰਦਾਰ ਵਿਕਰਮ ਸਿੰਘ ਰੰਧਾਵਾ ਹੈ, ਜਿਨ੍ਹਾਂ ਦੇ ਸਟੋਰ ਵੀ ਅੱਜ ਸ਼ਰੀ ਸ਼ਹਿਰ ਦੇ ਵਿੱਚ ਸਥਿਤ ਹਨ। 3 ਸਾਲ ਉਹਨਾਂ ਦੇ ਕੋਲ ਮੈਂ ਕੰਮ ਕੀਤਾ ਤੇ ਫਿਰ ਮੈਨੂੰ ਬੈਂਕ ਦੇ ਵਿੱਚ ਵਧੀਆ ਜੋਬ ਮਿਲ ਗਈ। ਪਰ ਮੈਂ ਗੁਰਦੁਆਰਾ ਸਾਹਿਬ ਹਰ ਰੋਜ਼ ਜਾਂਦਾ ਸੀ, ਕਿਉਂਕਿ ਰੰਧਾਵਾ ਸਾਹਿਬ ਨੇ ਮੈਨੂੰ ਕਿਹਾ ਸੀ ਕਿ ਗੁਰੂ ਦਾ ਲੜ ਨਾ ਛੱਡੀ। ਇੱਕ ਹੋਰ ਗੱਲ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੈਂ ਉਸ ਤੋਂ ਬਾਅਦ ਪੱਗ ਬੰਨਣੀ ਵੀ ਸ਼ੁਰੂ ਕਰ ਦਿੱਤੀ ਤੇ ਗੁਰਦੁਆਰੇ ਸਾਹਿਬ ਮੈਂ ਪੱਗ ਬੰਨ ਕੇ ਹੀ ਜਾਂਦਾ ਹਾਂ ਤੇ ਕਈ ਵਾਰ ਤਾਂ ਮੈਂ ਬੈਂਕ ਦੇ ਵਿੱਚ ਵੀ ਪੱਗ ਬੰਨ ਕੇ ਜਾਂਦਾ ਹਾਂ। ਮੈਂ ਆਪਣਾ ਧਰਮ ਨਹੀਂ ਛੱਡਿਆ, ਪਰ ਮੈਨੂੰ ਪੱਗ ਬੰਨਣਾ ਪਸੰਦ ਹੈ, ਇਸ ਕਰਕੇ ਉਹ ਮੈਂ ਬੰਨਦਾ ਹਾਂ। 1 ਮਹੀਨੇ ਪਹਿਲਾਂ ਮੈਂ ਐਤਵਾਰ ਵਾਲੇ ਦਿਨ ਗੁਰਦੁਆਰੇ ਸਾਹਿਬ ਗਿਆ ਤੇ ਇੱਕ ਲੜਕੀ ਉੱਥੇ ਪਾਰਕ ਦੇ ਵਿੱਚ ਹੀ ਬੈਠੀ ਹੋਈ ਸੀ। ਮੈਂ ਉਸ ਨੂੰ ਪੁੱਛ ਲਿਆ ਕਿ ਭੈਣ, ਕੋਈ ਤਕਲੀਫ ਹੈ? ਤੇ ਉਸ ਨੇ ਮੈਨੂੰ ਕਿਹਾ ਕਿ ਮੈਂ ਇੰਡੀਆ ਤੋਂ ਆਈ ਹਾਂ ਤੇ ਇੱਥੇ ਮੈਨੂੰ ਬਹੁਤ ਪ੍ਰੋਬਲਮ ਚੱਲ ਰਹੀ ਹੈ। ਕਿਸੇ ਦੇ ਕਹੇ ਤੇ ਮੈਂ ਇੱਥੇ ਹੀ ਗੁਰਦੁਆਰੇ ਸਾਹਿਬ ਦੇ ਕੋਲ ਰਹਿੰਦੇ ਇੱਕ ਤਾਂਤਰਿਕ ਦੇ ਕੋਲ ਚਲੀ ਗਈ। ਉਸਨੇ ਮੇਰੇ ਕੋਲੋਂ $3000 ਮੰਗੇ ਅਤੇ ਕਿਹਾ ਕਿ ਤੇਰਾ ਸਾਰਾ ਕੰਮ ਸਹੀ ਹੋ ਜਾਵੇਗਾ। ਪਰ ਮੇਰੇ ਕੋਲ $3000 ਕਿੱਥੋਂ ਆਉਣੇ? ਜਦੋਂ ਮੈਂ ਉਸ ਨੂੰ ਮਨਾ ਕਰ ਦਿੱਤਾ ਤਾਂ ਅੱਜ ਉਸਨੇ ਮੈਨੂੰ ਧਮਕੀ ਦਿੱਤੀ ਹੈ ਕਿ ਮੈਂ ਤੇਰੇ ਉੱਤੇ ਕੋਈ ਉਲਟਾ ਮੰਤਰ ਮਾਰ ਕੇ ਤੈਨੂੰ ਖਤਮ ਹੀ ਕਰ ਦੇਣਾ ਹੈ। ਉਹ ਲੜਕੀ ਬਹੁਤ ਡਰੀ ਹੋਈ ਸੀ। ਉਸ ਲੜਕੀ ਨੇ ਦੱਸਿਆ ਕਿ ਉਹ ਰੋਂਦੀ-ਰੋਂਦੀ ਉਸ ਤਾਂਤਰਿਕ ਦੇ ਦਫ਼ਤਰ ਤੋਂ ਬਾਹਰ ਆ ਕੇ ਇੱਥੇ ਗੁਰਦੁਆਰੇ ਸਾਹਿਬ ਦੇ ਪਾਰਕ ਦੇ ਵਿੱਚ ਆ ਕੇ ਬੈਠ ਗਈ। ਉਸ ਤਾਂਤਰਿਕ ਦਾ ਦਫ਼ਤਰ ਉੱਥੋਂ ਥੋੜੀ ਹੀ ਦੂਰੀ ਤੇ ਸੀ। ਉਸ ਡਰੀ ਹੋਈ ਲੜਕੀ ਨੂੰ ਦੇਖ ਕੇ ਮੇਰੇ ਕੋਲ ਜਿੰਨੀ ਕੁ ਸੋਚ ਸੀ, ਮੈਂ ਉਸ ਨੂੰ ਕਿਹਾ ਕਿ ਇੰਜ ਕੁਝ ਨਹੀਂ ਹੁੰਦਾ, ਇਹ ਤਾਂਤਰਿਕ ਕੁਝ ਨਹੀਂ ਕਰ ਸਕਦੇ। ਹੁਣ ਤੁਸੀਂ ਇੱਥੇ ਗੁਰਦੁਆਰੇ ਸਾਹਿਬ ਆ ਗਏ ਹੋ, ਅੰਦਰ ਜਾ ਕੇ ਅਰਦਾਸ
ਕਰੋ। ਅੰਦਰ ਜਾ ਕੇ ਮੱਥਾ ਟੇਕਿਆ ਤੇ ਮੈਂ ਆਪਣੇ ਨਾਲ 2-3 ਮੁੰਡੇ ਲਏ। ਉਸ ਲੜਕੇ ਨੂੰ ਨਾਲ ਲੈ ਕੇ ਉਸ ਤਾਂਤਰਿਕ ਦੇ ਕੋਲ ਪਹੁੰਚ ਗਏ। ਉਸਨੇ ਆਪਣਾ ਕਾਫੀ ਵੱਡਾ ਕਾਰੋਬਾਰ ਖੋਲ ਕੇ ਰੱਖਿਆ ਹੋਇਆ ਸੀ। ਜਦੋਂ ਉਸ ਤਾਂਤਰਿਕ ਨੂੰ ਪੁੱਛਿਆ, ਉਹ ਮੈਨੂੰ ਵੀ ਧਮਕੀਆਂ ਦੇਣ ਲੱਗਿਆ। ਮੈਨੂੰ ਗੁੱਸਾ ਆਇਆ ਤੇ ਮੈਂ ਹੱਥ ਉਠਾ ਦਿੱਤਾ ਤਾਂ ਆਪਾਂ ਉਸ ਦੀ ਚੰਗੀ ਖਾਤਰਦਾਰੀ ਕੀਤੀ। ਉਹ ਆਪਣੇ ਦਫ਼ਤਰ ਤੋਂ ਬਾਹਰ ਭੱਜਿਆ, ਗੁਰਦੁਆਰੇ ਸਾਹਿਬ ਦੇ ਕੋਲ ਜਾ ਪਹੁੰਚਿਆ। ਆਪਾਂ ਉੱਥੇ ਉਸ ਨੂੰ ਫੜ ਕੇ ਉਸ ਦੇ ਨਾਲ ਚੰਗੀ ਕੁੱਟਮਾਰ ਕੀਤੀ। ਗੁਰਦੁਆਰੇ ਸਾਹਿਬ ਦੀ ਸੰਗਤ ਵੀ ਉੱਥੇ ਇਕੱਠੀ ਹੋ ਗਈ ਤਾਂ ਆਪਾਂ ਸਾਰੀ ਗੱਲ ਉਹਨਾਂ ਨੂੰ ਦੱਸੀ। ਗੁਰਦੁਆਰੇ ਸਾਹਿਬ ਦੇ ਪ੍ਰਧਾਨ ਨੇ ਉਸ ਲੜਕੇ ਦੀ ਗੱਲ ਸੁਣ ਕੇ ਪੁਲਿਸ ਨੂੰ ਬੁਲਾਇਆ ਅਤੇ ਉਸ ਤਾਂਤਰਿਕ ਨੂੰ ਗ੍ਰਿਫਤਾਰ ਕਰ ਲਿਆ। ਉਸ ਲੜਕੇ ਨੂੰ ਮੈਂ ਰੰਧਾਵੇ ਸਾਹਿਬ ਦੇ ਕੋਲ ਹੀ ਕੰਮ ਤੇ ਰਖਵਾ ਦਿੱਤਾ ਤੇ ਉਹ ਲੜਕੀ 1 ਮਹੀਨੇ ਤੋਂ ਉੱਥੇ ਕੰਮ ਕਰ ਰਹੀ ਹੈ ਤੇ ਬਿਲਕੁਲ ਸਹੀ ਹੈ। ਸੋ ਇੱਕ ਸਹਾਰਾ ਪ੍ਰਦੇਸ਼ ਦੇ ਵਿੱਚ ਗੁਰੂ ਸਾਹਿਬ ਤੇ ਉਸ ਦੇ ਬੰਦਿਆਂ ਦਾ ਹੀ ਹੈ ਤੇ ਇਹ ਪੁੱਛਾ ਦੇਣ ਵਾਲੇ ਉੱਥੇ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਵੀ ਭਾਰਤ ਦੇ ਨਾਲੋਂ ਜ਼ਿਆਦਾ ਹਨ।